ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਐਕਸਰਸਾਈਜ਼ 1.4। ਸੋ ਸਟਾਰਟ ਕਰਦੇ ਹਾਂ। ਦੇਖੋ, ਪਹਿਲਾਂ ਤਾਂ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ 1.3 ਐਕਸਰਸਾਈਜ਼ ਜਿਹੜੀ ਆ ਉਹ ਅਸੀਂ ਇਸ ਵਾਰ ਨਹੀਂ ਕਰਨੀ ਹੈਗੀ। 10th ਕਲਾਸ ਦੇ ਵਿੱਚ ਆਪਾਂ ਜਦੋਂ ਨੈਕਸਟ ਕਰਾਂਗੇ, ਠੀਕ ਹੈ। ਸੋ 1.1 ਅਤੇ 1.2 ਦੇ ਜਿੰਨੇ ਸਮ ਕਰਵਾਏ ਨੇ ਉਹ ਇਨਫ ਨੇ, ਠੀਕ ਹੈ। ਔਰ 1.4 ਐਕਸਰਸਾਈਜ਼ ਦੇਖੋ। 1.4 ਐਕਸਰਸਾਈਜ਼ ਦੇ ਵਿੱਚ ਫਸਟ ਪਾਰਟ ਕਿੱਦਾਂ ਕਰਨਾ, ਵਿਦਾਊਟ actually performing the long division, state whether the following rational numbers will have a terminating decimal expansion or non-terminating repeating decimal expansion। हाँ जी, ਇਹਦੇ ਵਿੱਚ फाइंड ਕੀ ਕਰਨਾ ਹੈ, ਉਹ ਕਹਿੰਦਾ ਕਿ ਵਿਦਾਊਟ ਲੌਂਗ ਡਿਵੀਜ਼ਨ, ਮਤਲਬ ਕਿ ਬਿਨਾਂ ਲੰਬੀ ਡਿਵੀਜ਼ਨ ਕੀਤੇ ਤੋਂ ਬਿਨਾਂ ਪਤਾ ਕਰੋ ਕਿ ਇਹ ਜਿਹੜੀ ਵੈਲਿਊ ਦਿੱਤੀ ਹੋਈ ਆ ਇਹ ਟਰਮੀਨੇਟ ਆ ਕਿ ਨੋਨ ਟਰਮੀਨੇਟ ਆ। ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਕਿ ਟਰਮੀਨੇਟ ਕੀ ਹੁੰਦਾ ਔਰ ਨੋਨ ਟਰਮੀਨੇਟ ਕੀ ਹੁੰਦਾ। ਦੇਖੋ, ਟਰਮੀਨੇਟ ਵੈਲਿਊ ਹੁੰਦੀ ਜਿਹੜੀ ਰੈਸ਼ਨਲ ਹੁੰਦੀ ਆ, ਠੀਕ ਹੈ, ਜਿਹਦੀ ਕੋਈ ਮਤਲਬ ਕਿ ਲਿਮਿਟ ਹੁੰਦੀ ਆ। ਟਰਮੀਨੇਟ ਉਹ ਹੁੰਦਾ ਹੈ, ਠੀਕ ਹੈ। ਔਰ ਨੋਨ ਟਰਮੀਨੇਟ ਕੀ ਹੁੰਦਾ ਹੈ, ਜਿਹਦੀ ਕੋਈ ਲਿਮਿਟ ਨਹੀਂ ਹੁੰਦੀ ਹੈਗੀ, ਉਹ ਜਿਹੜੀ ਇਨਫਿਨਿਟੀ ਤੱਕ ਪਰਫੋਰਮ ਹੁੰਦੀ ਰਹਿੰਦੀ ਆ। ਔਰ ਇਹਨੂੰ ਆਪਾਂ ਇਰਰੈਸ਼ਨਲ ਨੰਬਰ ਵੀ ਕਹਿ ਦਿੰਦੇ ਹਾਂ। ਦੇਖੋ, ਜਿੱਦਾਂ ਫੋਰ ਐਗਜ਼ਾਮਪਲ ਕੋਈ ਵੀ ਨੰਬਰ ਲੈ ਲਓ, ਜਿੱਦਾਂ 25 ਹੈ। 25 ਕੀ ਹੈ, ਟਰਮੀਨੇਟ, ਠੀਕ ਹੈ। ਅਗਰ ਮੈਂ 25.25 ਅਪ ਟੂ ਸੋ ਔਨ ਇਸੇ ਤਰ੍ਹਾਂ 5 ਜਾ ਰਿਹਾ, ਜਿਸ ਤਰ੍ਹਾਂ ਤੁਸੀਂ ਕੈਲਕੂਲੇਟਰ 'ਤੇ ਕੋਈ ਮਲਟੀਪਲਾਈ ਜਾਂ ਡਿਵੀਜ਼ਨ ਕਰਦੇ ਆ, ਦੈਨ ਪੁਆਇੰਟ ਤੋਂ ਬਾਅਦ ਅਪ ਟੂ ਸੋ ਔਨ ਡਿਜਿਟ ਆਉਂਦੇ ਰਹਿੰਦੇ ਆ, ਉਹਨੂੰ ਕੀ ਬੋਲਦੇ ਆ ਆਪਾਂ, ਨੋਨ ਟਰਮੀਨੇਟ, ਠੀਕ ਹੈ। ਕਲੀਅਰ। ਨੋਨ ਟਰਮੀਨੇਟ ਦੇ ਵਿੱਚ ਵੈਲਿਊ ਜਿਹੜੀ ਆ ਖਤਮ ਨਹੀਂ ਹੁੰਦੀ, ਇਨਫਿਨਿਟੀ ਤੱਕ ਚਲਦੀ ਰਹਿੰਦੀ ਆ। ਔਰ ਟਰਮੀਨੇਟਿੰਗ ਦੇ ਵਿੱਚ ਵੈਲਿਊ ਜਿਹੜੀ ਆ ਉਹ ਮਤਲਬ ਕਿ ਫਿਨਾਈਟ ਹੁੰਦੀ ਆ, ਯਾਨੀ ਕਿ ਫਿਨਾਈਟ ਨੰਬਰ ਜਿਹੜੇ ਹੁੰਦੇ ਟਰਮੀਨੇਟ ਹੁੰਦੇ ਆ ਔਰ ਇਨਫਿਨਾਈਟ ਕੀ ਹੁੰਦੇ ਆ, ਨੋਨ ਟਰਮੀਨੇਟ। ਸੋ ਸਟਾਰਟ ਕਰਦੇ ਹਾਂ ਫਸਟ ਸਮ ਨੂੰ। ਅਸੀਂ ਇਹਨਾਂ ਨੂੰ ਡਿਵਾਈਡ ਨਹੀਂ ਕਰਨਾ ਹੈਗਾ, ਜਿੱਦਾਂ 9th ਕਲਾਸ ਦੇ ਵਿੱਚ ਅਸੀਂ 1.3 ਦੇ ਵਿੱਚ ਐਕਸਰਸਾਈਜ਼ ਕੀਤੀ ਸੀਗੀ। 1.3 ਜਿਹੜੀ ਸੀਗੀ ਉਹਦੇ 'ਚ ਡਿਵਾਈਡ ਮੈਥਡ ਦੇ ਨਾਲ ਤੁਹਾਨੂੰ ਡੈਸੀਮਲ ਦਿਖਾ ਰਹੇ ਸੀਗੇ। ਸੋ ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਪਹਿਲਾਂ ਜਿਹੜਾ 13 ਆ ਉੱਪਰਲੀ ਵੈਲਿਊ ਨੂੰ ਐਜ਼ ਇਟ ਇਜ਼ ਲੈ ਲੈਣਾ, ਔਰ ਜਿਹੜੀ ਨੀਚੇ ਵਾਲੀ ਵੈਲਿਊ ਆ ਉਹਦਾ ਐਲਸੀਐਮ ਲੈ ਲੈਣਾ। ਐਲਸੀਐਮ ਸਾਰਿਆਂ ਨੂੰ ਆਉਂਦਾ ਹੈ, ਠੀਕ ਹੈ। ਦੇਖੋ, ਜਿੱਦਾਂ 5 ਤੇ ਜਾ ਰਿਹਾ, ਫਿਰ 5 ਤੇ, ਫਿਰ 5 ਤੇ, ਫਿਰ 5 ਕਿੰਨੀ ਵਾਰ ਆਇਆ, ਦੇਖੋ 5 ਆਇਆ 5 ਵਾਰ, ਠੀਕ ਹੈ। 5 ਦੀ ਪਾਵਰ 5 ਲਿਖ ਸਕਦੇ ਹਾਂ ਕਿਉਂਕਿ 5 ਜਿਹੜਾ 5 ਵਾਰ ਆਇਆ। ਹਾਂਜੀ, ਉਸ ਤੋਂ ਬਾਅਦ ਟਰਮੀਨੇਟ ਐਕਸਪ੍ਰੈਸ਼ਨ ਦੀ ਇੱਕ ਹੋਰ ਸਟੇਟਮੈਂਟ ਹੀ ਹੁੰਦੀ ਇੱਕ ਤਰ੍ਹਾਂ ਦੀ, ਜਿਹਦੇ ਵਿੱਚ ਆਪਾਂ ਇਹ ਦੱਸ ਸਕਦੇ ਹਾਂ ਕਿ ਜਦੋਂ ਆਪਣੇ ਕੋਲ ਡਿਨੋਮੀਨੇਟਰ ਦੇ ਵਿੱਚ ਜਾਂ ਤਾਂ ਉਹ 5 ਦੀ ਪਾਵਰ ਕੁਝ ਆ ਜਾਵੇ ਜਾਂ ਫਿਰ 2 ਦੀ ਪਾਵਰ ਕੁਝ ਆ ਜਾਵੇ, ਦੈਨ ਇਟ ਮੀਨਸ ਉਹ ਕੀ ਹੁੰਦਾ, ਟਰਮੀਨੇਟ ਹੁੰਦਾ ਹੈ। ਦੇਖੋ, ਇਹਦੇ ਵਿੱਚ 2 ਦੀ ਪਾਵਰ ਤਾਂ ਆਪਾਂ ਇੱਥੇ ਜੇ ਮੰਨੀਏ ਤਾਂ 2 ਦੀ ਪਾਵਰ 0 ਹੈ, 2 ਦੀ ਪਾਵਰ 0 ਕਿਉਂਕਿ 1 ਹੁੰਦਾ ਹੈ। ਬਟ ਜਿਹੜੀ 5 ਦੀ ਪਾਵਰ m ਹੈਗੀ ਆਪਣੇ ਕੋਲ, 5 ਦੀ ਪਾਵਰ ਕਿੰਨੀ ਹੈ, 5 ਹੈ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਟਰਮੀਨੇਟ ਆ, ਠੀਕ ਹੈ। ਸੋ ਇਹਨੂੰ ਕਹਿ ਸਕਦੇ ਹਾਂ ਆਪਾਂ ਟਰਮੀਨੇਟ ਹੈਗੀ ਐਕਸਪ੍ਰੈਸ਼ਨ ਹੀ। ਜਿੱਦਾਂ ਸੈਕਿੰਡ ਸਮ ਦੇਖੋ, ਸੈਕਿੰਡ ਸਮ ਦੇ ਵਿੱਚ 17 ਐਜ਼ ਇਟ ਇਜ਼ ਰਹਿਣ, ਤਾਂ 8 ਦਾ ਜਦੋਂ ਮੈਂ ਐਲਸੀਐਮ ਕੀਤਾ 2 ਦੀ ਪਾਵਰ ਜਿਹੜੀ 3 ਆ ਗਈ, ਠੀਕ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਕਿ 2 ਦੀ ਪਾਵਰ ਹੋਣੀ ਚਾਹੀਦੀ ਹੈ ਕੁਛ, ਜਾਂ 5 ਦੀ ਪਾਵਰ ਹੋਣੀ ਚਾਹੀਦੀ ਕੁਛ, ਜਾਂ ਮੀਨਸ ਜਾਂ ਦੋਨੇ ਹੋ ਸਕਦਾ ਹੈ, ਠੀਕ ਹੈ। ਹੁਣ ਦੇਖੋ, ਇਹਦੇ ਵਿੱਚ 2 ਦੀ ਪਾਵਰ ਹੈਗੀ ਹੈ ਬਟ 5 ਦੀ ਹੈ ਨਹੀਂ ਗੀ, ਠੀਕ ਹੈ। ਸੋ ਇਹਨੂੰ ਵੀ ਆਪਾਂ ਟਰਮੀਨੇਟ ਕਹਿ ਸਕਦੇ ਹਾਂ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਜਿਸ ਤਰ੍ਹਾਂ ਨੈਕਸਟ ਸਮ ਜਿਹੜਾ ਹੈ 455, ਜਿਹੜਾ ਉਹਦਾ ਐਲਸੀਐਮ ਲੈਣਾ, ਜਦੋਂ ਉਹਦਾ ਐਲਸੀਐਮ ਲਿਆ ਆਪਣੇ ਕੋਲ ਇਹ ਵੈਲਿਊਜ਼ ਬਣ ਗਈ, ਠੀਕ ਹੈ। ਇਹਦੇ ਵਿੱਚ ਦੇਖੋ 5 ਵੀ ਲੱਗ ਗਏ, 7 ਵੀ ਲੱਗ ਗਏ, 13 ਵੀ ਲੱਗ ਗਏ। ਨਾ ਤਾਂ 5 ਦੀ ਪਾਵਰ ਹੈ, ਨਾ ਤਾਂ 7 ਦੀ ਪਾਵਰ ਹੈ, ਨਾ ਤਾਂ 13 ਦੀ ਪਾਵਰ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣੀ ਪਾਵਰ ਸਿਰਫ 2 ਦੀ ਔਰ 5 ਦੀ ਹੀ ਹੋਣੀ ਚਾਹੀਦੀ ਹੈ। ਦੇਖੋ, 5 ਦੀ ਪਾਵਰ ਆਪਣੇ ਕੋਲ ਜੇ ਹੈਗੀ ਹੈ ਦੈਨ 7 ਦੀ ਪਾਵਰ ਨਹੀਂ ਹੈਗੀ, ਸੌਰੀ 7 ਨੂੰ ਆਪਾਂ ਲੈ ਨਹੀਂ ਸਕਦੇ, 13 ਨੂੰ ਵੀ ਨਹੀਂ ਲੈ ਸਕਦੇ ਕਿਉਂਕਿ 2 ਦੀ ਔਰ 5 ਦੀ ਹੀ ਚਾਹੀਦੀ ਹੈ। ਸੋ ਇਹ ਕੀ ਆ, ਨੋਨ ਟਰਮੀਨੇਟ, ਠੀਕ ਹੈ। ਸੋ ਇਹਨੂੰ ਕੀ ਕਹਿ ਸਕਦੇ ਹਾਂ, ਨੋਨ ਟਰਮੀਨੇਟ। ਜਿੱਦਾਂ ਹੁਣ 4th ਸਮ ਆ 1600 ਦਾ, ਜਦੋਂ ਆਪਾਂ ਐਲਸੀਐਮ ਲਿਆ 2 ਦੀ ਪਾਵਰ ਕਿੰਨੀ ਆਏਗੀ, 1 2 3 4 5 6 2 ਦੀ ਪਾਵਰ 6 ਆ ਗਈ ਔਰ 5 ਦੀ ਪਾਵਰ 2 ਆ ਗਈ। ਸੋ ਇਹ ਆਪਾਂ ਕਹਿ ਸਕਦੇ ਕਿ 2 ਦੀ ਪਾਵਰ ਜਿਹੜੀ ਆ ਉਹ ਕੀ ਆ, m ਆ ਜਾਂ ਫਿਰ n ਆ, ਔਰ 5 ਦੀ ਪਾਵਰ m, ਜਾਂ ਮਤਲਬ ਕਿ 5 ਦੀ ਪਾਵਰ ਵੀ ਆ ਗਈ, 2 ਦੀ ਪਾਵਰ ਵੀ ਆ ਗਈ। ਸੋ ਇਹ ਕੀ ਹੈ, ਟਰਮੀਨੇਟਿੰਗ ਆ, ਠੀਕ ਹੈ। ਟਰਮੀਨੇਟ ਐਕਸਪ੍ਰੈਸ਼ਨ ਆ ਇਹ, ਕਲੀਅਰ। ਜਿੱਦਾਂ ਹੁਣ ਅਗਲਾ ਸਮ ਆ, ਉਹਨੇ ਇਹਦੇ ਵਿੱਚ ਤਾਂ ਸਿੱਧਾ ਹੀ ਦੱਸ ਦਿੱਤਾ ਕਿ 2 ਦੀ ਪਾਵਰ ਇੱਕ 3 ਹੈ, ਇੱਕ 5 ਦੀ ਪਾਵਰ 2 ਹੈ। ਸੋ ਇਹ ਵੀ ਕੀ ਹੈ, ਟਰਮੀਨੇਟ ਹੈ। ਬਹੁਤ ਈਜ਼ੀ ਸਮ ਆ, ਠੀਕ ਹੈ, ਧਿਆਨ ਨਾਲ ਇਹਨੂੰ ਸਮਝੋ। ਨੈਕਸਟ ਉਸ ਤੋਂ ਬਾਅਦ 5th ਸਮ ਦੇਖੋ। 5th ਸਮ ਦੇ ਵਿੱਚ 343 ਦਾ ਜਦੋਂ ਆਪਾਂ ਐਲਸੀਐਮ ਲਿਆ ਉਹ 7 ਦੀ ਪਾਵਰ 3 ਆ ਗਈ। ਦੇਖੋ, 7 ਦੀ ਪਾਵਰ ਨਹੀਂ ਆਪਾਂ ਨੂੰ ਚਾਹੀਦੀ, ਆਪਾਂ ਨੂੰ ਸਿਰਫ 2 ਤੇ ਔਰ 5 ਦੀ ਚਾਹੀਦੀ ਹੈ। ਸੋ ਇਹ ਵੀ ਕੀ ਹੋ ਗਿਆ, ਨੋਨ ਟਰਮੀਨੇਟ, ਠੀਕ ਹੈ। ਨੋਨ ਟਰਮੀਨੇਟ ਐਕਸਪ੍ਰੈਸ਼ਨ ਲਿਖ ਦਿੱਤਾ। ਨੈਕਸਟ ਉਸ ਤੋਂ ਬਾਅਦ ਜਿੱਦਾਂ 7th ਸਮ ਦੇਖੋ, 7th ਸਮ ਦੇ ਵਿੱਚ 2 ਦੀ ਪਾਵਰ ਹੈਗੀ ਹੈ, 5 ਦੀ ਪਾਵਰ ਹੈਗੀ, 7 ਦੀ ਪਾਵਰ ਹੈਗੀ ਹੈ, ਬਟ ਆਪਾਂ ਨੂੰ ਸਿਰਫ 2 ਔਰ 5 ਦੀ ਪਾਵਰ ਚਾਹੀਦੀ ਹੈ। ਇਹਦੇ ਨਾਲ 7 ਦੀ ਪਾਵਰ ਵੀ ਜੁੜ ਗਈ, ਇਸ ਲਈ ਨੋਨ ਟਰਮੀਨੇਟ ਹੋ ਗਿਆ, ਕਲੀਅਰ। ਸੋ ਇਹ ਕੀ ਹੋ ਗਿਆ, ਨੋਨ ਟਰਮੀਨੇਟ। ਜਿਸ ਤਰ੍ਹਾਂ ਹੁਣ 10th ਸਮ ਦੇ ਵਿੱਚ 210 ਜਦੋਂ ਉਹਨੂੰ ਕੀਤਾ, ਇਹਦੇ ਵਿੱਚ ਆਪਣੇ ਕੋਲ 2 3 5 7 ਬਚਿਆ, ਠੀਕ ਹੈ। ਚਲੋ 2 ਦੀ ਪਾਵਰ ਤਾਂ ਮੰਨ ਲਓ ਕਿ 1 ਹੈਗੀ ਆ, ਬਟ ਇਹਦੇ ਨਾਲ ਆਪਾਂ ਨੂੰ 3 ਵੀ ਨਹੀਂ ਚਾਹੀਦਾ ਸੀ, 7 ਵੀ ਨਹੀਂ ਚਾਹੀਦਾ ਸੀਗਾ, ਠੀਕ ਹੈ। 5 ਵੀ ਹੈਗਾ ਸੀ, ਚਲੋ ਠੀਕ ਹੈ। ਸੋ ਇਹ ਵੀ ਨੋਨ ਟਰਮੀਨੇਟ ਹੋ ਗਿਆ। ਉਸ ਤੋਂ ਬਾਅਦ ਜਿੱਦਾਂ ਹੁਣ ਇਹ ਹੈ
3 ਦੀ ਪਾਵਰ ਆ ਗਈ 5 ਦੀ ਪਾਵਰ ਆ ਗਈ, 3 ਦੀ ਪਾਵਰ 1 ਹੈ 5 ਦੀ ਪਾਵਰ 1 ਹੈ। ਸੋ ਆਪਾਂ ਨੂੰ 3 ਤਾਂ ਚਾਹੀਦਾ ਨਹੀਂ ਸੀਗਾ, ਸੋ ਇਹ ਵੀ ਕੀ ਹੋ ਗਿਆ ਨੋਨ ਟਰਮੀਨੇਟ। ਠੀਕ ਹੈ, ਨੈਕਸਟ ਉਸ ਤੋਂ ਬਾਅਦ 9 ਸਮ ਦੇ ਵਿੱਚ ਵੀ ਦੇਖ ਲਓ ਆਪਣੇ ਕੋਲ 2 ਤੇ 5 ਦੀ ਪਾਵਰ मतलब 2 ਦੀ ਪਾਵਰ 1 ਹੋ ਗਈ ਔਰ 5 ਦੀ ਪਾਵਰ 2 ਹੋ ਗਈ। ठीक है, सो ये भी की है टर्मीनेट मीनस नीचे वाली का पहले तुम एलसीएम ले लेना, एलसीएम लैन तो बाद देख लेना जे तो 2 की और 5 की पावर बनती है दैन टर्मीनेट है, जे 2 तो 5 तो इलावा होर डिजिट भी आता नाल दैन वो नॉन टर्मीनेट है। ठीक है, नैक्सट उस तो बाद सैकेंड पार्ट देखो, राइट डाउन द डेसिमल एक्सप्रैशन ऑफ दोज रैशनल नंबरस इन पार्ट 1 अबव विच आर टर्मीनेटिंग। हुण की कह रहा सैकेंड सम दे विच कि कहंदे उन्हां नूं ही अगे मतलब कि फाइंड करो, उन्हां दा ही डेसिमल फाइंड करो ਜਿਹੜੀਆਂ ਕਿ ਵੈਲਿਊ ਟਰਮੀਨੇਟ ਆ। ਹੁਣ ਦੇਖੋ ਆਪਾਂ ਪਿਛਲੇ ਸਮ ਨੂੰ ਦੇਖ ਲੈਣਾ ਕਿ ਟਰਮੀਨੇਟ ਕਿਹੜੀ ਆਈ ਸੀ। ਟਰਮੀਨੇਟ ਆਪਣੇ ਕੋਲ ਜਿੱਦਾਂ ਹੁਣ ਦੇਖੋ ਇੱਕ ਤਾਂ ਫਸਟ ਸਮ ਟਰਮੀਨੇਟ ਸੀ, ਸੈਕਿੰਡ ਸਮ ਟਰਮੀਨੇਟ ਸੀਗਾ। ਠੀਕ ਹੈ, ਇਸੇ ਤਰ੍ਹਾਂ ਉਸ ਤੋਂ ਬਾਅਦ ਫੋਰਥ ਸਮ ਟਰਮੀਨੇਟ ਸੀਗਾ, ਸਿਕਸਥ ਸਮ ਟਰਮੀਨੇਟ ਸੀਗਾ ਔਰ ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਇੱਕ ਇਹ ਸਮ ਨਾਈਨਥ ਸਮ ਟਰਮੀਨੇਟ ਸੀ। ਸਿਰਫ ਆਪਾਂ ਇਹਨਾਂ ਨੂੰ ਹੀ ਡਿਵਾਈਡ ਕਰਨਾ ਹੈ, ਬਾਕੀ ਜਿਹੜੇ ਸਮ ਹੈ ਉਹਨਾਂ ਨੂੰ ਆਪਾਂ ਲੈਣਾ ਨਹੀਂ ਹੈਗਾ। ਜਿੱਦਾਂ ਹੁਣ ਪਹਿਲਾਂ ਫਸਟ ਸਮ ਸੀਗਾ, ਤੁਸੀਂ ਕੀ ਕਰਨਾ ਜਿਹੜੀ ਉੱਪਰ ਵਾਲੀ ਵੈਲਿਊ ਉਹਨੂੰ ਵਿਚਕਾਰ ਵਿੱਚ ਰੱਖ ਕੇ और नीचे वाली डिनोमीनेटर की वैल्यू ਨੂੰ ਬਾਹਰ ਰੱਖ ਕੇ ਤੁਸੀਂ ਡਿਵਾਈਡ ਕਰ ਦੇਣਾ। ਡਿਵਾਈਡ ਸਾਰਿਆਂ ਨੂੰ ਆਉਂਦੀ ਹੈ, ਇਹਦੇ ਵਿੱਚ ਕੁਝ ਖਾਸ ਨਹੀਂ ਹੁੰਦਾ। ਦੇਖੋ ਆਪਣੇ ਕੋਲ 13 ਦੇ ਨਾਲ 3125 ਡਿਵਾਈਡ ਨਹੀਂ ਹੋ ਸਕਦੇ, ਸੋ ਮੈਨੂੰ ਜਿਹੜੇ ਆ ਉਹ ਕੀ ਕਰ ਲੈਣੇ ਪਊਗੇ, 2 ਡਿਜਿਟ ਨਹੀਂ 3 ਜ਼ੀਰੋਆਂ ਲੈਣੀਆਂ ਪੈਣੀਆਂ। 3 ਜ਼ੀਰੋਆਂ ਕਿਉਂ, ਕਿਉਂਕਿ 2 ਜੇ ਜ਼ੀਰੋਆਂ ਲਵਾਂਗੀ 1300 ਬਣ ਜਾਣਾ, 1300 ਇਹਦੇ ਨਾਲ ਡਿਵਾਈਡ ਨਹੀਂ ਹੋ ਸਕਦਾ, ਇਸ ਲਈ ਮੈਂ 3 ਜ਼ੀਰੋਆਂ ਲੈ ਲਈਆਂ। ਠੀਕ ਹੈ, ਸੋ ਇਹਦਾ ਕੀ ਲੱਗ ਗਿਆ, ਇੱਕ ਪੁਆਇੰਟ ਲੱਗ ਗਿਆ, ਜਿਹੜੀਆਂ 2 ਜ਼ੀਰੋਆਂ 1 ਜ਼ੀਰੋ ਦਾ ਪੁਆਇੰਟ ਲੱਗ ਗਿਆ, ਜਿਹੜੀਆਂ 2 ਜ਼ੀਰੋਆਂ ਹੋਰ ਲਈਆਂ ਉਹ ਜ਼ੀਰੋਆਂ ਐਜ਼ ਇਟ ਇਜ਼ ਲੱਗ ਗਈਆਂ। ਠੀਕ ਹੈ, ਮਤਲਬ 1 ਜ਼ੀਰੋ ਦਾ ਤਾਂ ਇਹ ਪੁਆਇੰਟ ਲੱਗ ਗਿਆ, ਜਿਹੜੀਆਂ 2 ਜ਼ੀਰੋਆਂ ਹੋਰ ਲਈਆਂ ਉਹ 2 ਜ਼ੀਰੋਆਂ ਲੱਗ ਗਈਆਂ। ਫਿਰ ਇਸ ਨੂੰ ਜਦੋਂ ਮੈਂ ਇਹ ਇੰਨੇ ਤੇ ਡਿਵਾਈਡ ਹੋ ਕੇ ਮਤਲਬ ਇੰਨਾ ਮਲਟੀਪਲਾਈ ਹੋ ਕੇ ਜਦੋਂ 4 ਤੇ ਮਲਟੀਪਲਾਈ ਕੀਤਾ ਉਦੋਂ ਆ ਗਿਆ 1 to 500। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੂੰ ਮਾਈਨਸ ਕਰਕੇ ਇੰਨਾ ਆ ਗਿਆ। ਕਲੀਅਰ, ਉਸ ਤੋਂ ਬਾਅਦ ਦੇਖੋ 500 ਸੀਗਾ ਜਦੋਂ ਇਹਨਾਂ ਨੂੰ ਮਾਈਨਸ ਕੀਤਾ, 500 ਇਹਨਾਂ ਡਿਵਾਈਡ ਨਹੀਂ ਹੋ ਸਕਦਾ, ਇਸ ਲਈ ਮੈਨੂੰ ਇੱਕ ਜ਼ੀਰੋ ਹੋਰ ਲੈਣੀ ਪੈਣੀ ਸੀਗੀ। ਹੁਣ ਇਹਦੇ ਵਿੱਚ ਤੁਸੀਂ ਇਹ ਨਾ ਹੋਵੇ ਕਿ ਇਹ ਜ਼ੀਰੋ ਫਿਰ ਇੱਥੇ ਉਤਾਰ ਦਿਓ, ਨਹੀਂ। ਠੀਕ ਹੈ, ਹੁਣ ਤੁਸੀਂ ਜਿੰਨੀਆਂ ਮਰਜ਼ੀ ਜ਼ੀਰੋਆਂ ਲੈ ਲਓ ਬਟ ਉੱਪਰ ਨਹੀਂ ਜ਼ੀਰੋ ਕੋਈ ਉਤਾਰਨੀ ਹੈਗੀ। ਕਲੀਅਰ, ਹੁਣ ਦੇਖੋ ਉਸ ਤੋਂ ਬਾਅਦ ਇਹਨੂੰ ਇਹਨਾਂ ਡਿਵਾਈਡ ਕਰ ਦੇਣਾ, 1 ਤੇ ਚਲਾ ਗਿਆ। ਸੋ ਅੱਗੇ ਤੁਸੀਂ ਇਹਨੂੰ ਸਿੰਪਲੀਫਾਈ ਕਰ ਸਕਦੇ, ਬਟ ਤੁਸੀਂ 2-3 ਡਿਜਿਟ ਤੱਕ ਹੀ ਸਿੰਪਲੀਫਾਈ ਕਰਨਾ ਹੈ, ਜ਼ਿਆਦਾ ਨਹੀਂ ਕਰਨਾ ਹੈਗਾ, ਕਿਉਂਕਿ ਇਹ ਅੱਗੇ ਸੋਲਵ ਜਿੱਦਾਂ ਮਤਲਬ ਕਿ ਹੋ ਹੀ ਜਾਣਾ, ਇਹ ਅੱਗੇ ਇਹਨੂੰ ਕਰਨਾ ਹੀ ਪੈਣਾ ਹੈ। ਠੀਕ ਹੈ, ਕਿਉਂਕਿ ਇਹ ਟਰਮੀਨੇਟ ਹੈ, ਟਰਮੀਨੇਟ ਦੇ ਵਿੱਚ ਇਹ ਸਿੰਪਲੀਫਾਈ ਹੋ ਜਾਣਾ ਹੈ, ਨੋਨ ਟਰਮੀਨੇਟ ਨਹੀਂ ਹੈਗਾ। ਉਸ ਤੋਂ ਬਾਅਦ ਜਿੱਦਾਂ ਹੁਣ ਇਹ ਸੈਕਿੰਡ ਸਮ ਹੈ, ਉੱਪਰ ਵਾਲੀ ਵੈਲਿਊ ਨੂੰ ਵਿਚਕਾਰ ਔਰ ਨੀਚੇ ਵਾਲੀ ਨੂੰ ਬਾਹਰ ਰੱਖ ਕੇ ਡਿਵਾਈਡ ਕਰ ਦੇਣਾ। ਹੁਣ ਦੇਖੋ ਇਹਦੇ ਵਿੱਚ 1600 ਨੂੰ ਸੀ, ਆਪਾਂ 15 ਨੇ ਡਿਵਾਈਡ ਨਹੀਂ ਕਰ ਸਕਦੇ, ਇਸ ਲਈ 3 ਜ਼ੀਰੋਆਂ ਲੈਣੀਆਂ ਪਈਆਂ, ਪੁਆਇੰਟ ਤੋਂ ਬਾਅਦ 2 ਜ਼ੀਰੋਆਂ ਹੋਰ ਲੈ ਲਈਆਂ, ਸੋ ਇਹਨੂੰ ਡਿਵਾਈਡ ਕਰ ਦਿੱਤਾ। ਠੀਕ ਹੈ, ਉਸ ਤੋਂ ਬਾਅਦ ਜਿੱਦਾਂ ਅਗਲਾ ਸਮ ਹੈ 6 ਨੂੰ ਡਿਵਾਈਡ ਕਰਨਾ 15 ਦੇ ਨਾਲ, 1 ਜ਼ੀਰੋ ਹੋਰ ਲੈ ਲਈ, ਉਹਦਾ ਪੁਆਇੰਟ ਲੈ ਲਿਆ। ਠੀਕ ਹੈ, 15 ਨੂੰ 4 ਨਾਲ ਮਲਟੀਪਲਾਈ ਕੀਤਾ 60 ਆ ਗਿਆ। ਇਸੇ ਤਰ੍ਹਾਂ ਜਿੱਦਾਂ ਇਹ ਸਮ ਹੈ, ਠੀਕ ਹੈ, ਇਹ ਡਿਵਾਈਡ ਹੈ, ਇਹਨੂੰ ਕੁਝ ਖਾਸ ਮੈਂ ਸਮਝਾਉਣਾ ਨਹੀਂ ਹੈਗਾ, ਤੁਸੀਂ ਇਹਨੂੰ ਆਪਣੇ ਆਪ ਹੀ ਖੁਦ ਕਰਨਾ। ਜਿੱਦਾਂ ਹੁਣ ਇਹ 4th ਸਮ ਹੈ, 4th ਸਮ ਦੇ ਵਿੱਚ ਤੁਸੀਂ ਇਹਨੂੰ ਪਹਿਲਾਂ ਸਿੰਪਲੀਫਾਈ ਕਰ ਲਿਓ, 2 ਨੂੰ 3 ਵਾਰ ਮਲਟੀਪਲਾਈ ਕਰ ਲਓ, 2 2 ज़ा 4 4 2 ज़ा 8 ਆ ਗਿਆ। ਠੀਕ ਹੈ, ਜਿੱਦਾਂ ਉੱਪਰ ਤਾਂ 23 ਹੀ ਆ ਗਿਆ, 2 2 ज़ा 4 4 2 ज़ा 8 ਆ ਗਿਆ, ਮਲਟੀਪਲਾਈ 5 5 ज़ा 25 ਆ ਗਿਆ, ਜਦੋਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕੀਤਾ 200 ਆ ਗਿਆ। ਠੀਕ ਹੈ, 23 ਨੂੰ 200 ਨਾਲ ਡਿਵਾਈਡ ਕਰਨਾ ਹੈ। ਠੀਕ ਹੈ, ਦੇਖੋ 200 ਜਿਹੜਾ 23 ਨਾਲ ਡਿਵਾਈਡ ਤਾਂ ਹੋ ਨਹੀਂ ਸਕਦਾ, ਇਸ ਲਈ ਆਪਣੇ ਕੋਲ ਜ਼ੀਰੋ ਲੈਣੀ ਪੈਣੀ, ਜ਼ੀਰੋ ਲਈ ਪੁਆਇੰਟ ਲੱਗ ਗਿਆ। ਸੋ ਇਹਨੂੰ ਹੁਣ ਦੇਖੋ ਇਹ ਕਿੰਨੇ 'ਤੇ ਜਾਏਗਾ, ਇਹ ਡਿਵਾਈਡ ਹੀ ਕੀਤੀ ਹੈ ਬਾਅਦ ਵਿੱਚ। ਠੀਕ ਹੈ, ਉਸ ਤੋਂ ਬਾਅਦ ਇਹ ਆ ਸੈਕਿੰਡ ਸਮ ਦੇ ਵਿੱਚ ਵੀ ਦੇਖੋ 17 ਨੂੰ 8 ਨਾਲ ਡਿਵਾਈਡ ਕਰਨਾ ਅਤੇ ਆਪਣੇ ਕੋਲੋਂ ਜ਼ੀਰੋਆਂ ਲਈ ਜਾਣੀਆਂ। ਠੀਕ ਹੈ, 8 ਤੇ ਇਹ 8 ਦੇ ਟੇਬਲ ਦੇ ਵਿੱਚ ਇਹ ਦੇਖੋ 16 ਆ ਜਾਏਗਾ, 2 ਤੇ ਜਦੋਂ ਗਿਆ ਰਿਮਾਈਂਡਰ 1, ਉਸ ਤੋਂ ਬਾਅਦ ਆਪਣੇ ਕੋਲੋਂ ਜ਼ੀਰੋਆਂ ਲੈ ਕੇ ਤੁਸੀਂ ਸਿੰਪਲੀਫਾਈ ਕਰ ਲੈਣਾ। ਦੇਖੋ ਇਹ ਜਿਹੜਾ ਸਿੰਪਲੀਫਾਈ ਹੋ ਜਾਣਾ, ਰਿਮਾਈਂਡਰ ਆਪਣੇ ਕੋਲ ਇਹਦੇ ਵਿੱਚ ਜ਼ੀਰੋ ਹੀ ਆ ਜਾਣਾ ਹੈ, ਅੱਗੇ ਇਹ ਸਿੰਪਲੀਫਾਈ ਹੋ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖੋ ਥਰਡ ਪਾਰਟ ਦੇ ਵਿੱਚ ਸਿੰਪਲੀ ਇਹ ਦੱਸਣਾ ਕਿ ਕਿਹੜਾ ਰੈਸ਼ਨਲ ਆ ਕਿਹੜਾ ਇਰੈਸ਼ਨਲ ਆ। ਦੇਖੋ ਇਹਦੇ ਵਿੱਚ ਪੁਆਇੰਟ ਤੋਂ ਬਾਅਦ ਡਿਜਿਟ ਦਿੱਤੇ ਆ ਕੁਛ, ਬਟ ਇਹਦੀ ਲਿਮਿਟ ਹੈਗੀ ਆ, ਫਿਨਾਈਟ ਆ, ਇਹ ਇਨਫਿਨਾਈਟ ਥੋੜ੍ਹੀ ਆ। ਠੀਕ ਹੈ, ਸੋ ਇਹਨੂੰ ਕੀ ਬੋਲਦੇ ਆਪਾਂ, ਰੈਸ਼ਨਲ ਨੰਬਰ ਜਾਂ ਫਿਰ ਟਰਮੀਨੇਟ। ਜਿੱਦਾਂ ਹੁਣ ਇਹ ਦੇਖੋ ਪੁਆਇੰਟ ਤੋਂ ਬਾਅਦ ਡਿਜਿਟ ਦਿੱਤੇ ਹੋਏ ਆ, ਇਹ ਅਪ ਟੂ ਸੋ ਔਨ ਰਿਪੀਟ ਹੋਈ ਜਾ ਰਿਹਾ, ਮੀਨਸ ਇਹ ਇਨਫਿਨਾਈਟ ਆ, ਸੋ ਇਹਨੂੰ ਕਹਿ ਸਕਦੇ ਆਪਾਂ ਇਰਰੈਸ਼ਨਲ ਨੰਬਰ ਨੋਨ ਟਰਮੀਨੇਟ। ਠੀਕ ਹੈ, ਜਿੱਦਾਂ ਹੁਣ ਇਹ ਆ 43 ਪੁਆਇੰਟ, ਇਹ ਹੈਗਾ ਆ 1 2 4 5 6 7 8 9, ਸਾਰੇ ਦੇ ਉੱਪਰ ਇੱਕ ਲਾਈਨ ਲਗਾਈ ਹੋਈ ਹੈ। ਲਾਈਨ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਹੜੀ ਵੈਲਿਊ ਆ 1 ਤੋਂ ਲੈ ਕੇ 9 ਤੱਕ ਜਿਹੜੇ ਡਿਜਿਟ ਆ ਇਹ ਦੁਬਾਰਾ ਫਿਰ ਰਿਪੀਟ ਹੋਈ ਜਾ ਰਹੇ ਆ, 1 ਤੋਂ ਲੈ ਕੇ 9 ਤੱਕ, ਫਿਰ ਇਹਦੇ ਮਗਰ ਆ ਰਿਹਾ 1 2 3 4 5 6 7 8 9, ਫਿਰ 1 ਤੋਂ ਲੈ ਕੇ 9 ਤੱਕ, ਫਿਰ 1 ਤੋਂ ਲੈ ਕੇ 9 ਤੱਕ, ਇਹ ਰਿਪੀਟ ਹੋ ਰਿਹਾ ਆ। ਠੀਕ ਹੈ, ਸੋ ਇਹ ਕੀ ਆ, ਇਰਰੈਸ਼ਨਲ ਨੰਬਰ ਹੀ ਆਏਗਾ ਬੱਚੇ, ਰੈਸ਼ਨਲ ਨੰਬਰ ਨਹੀਂ ਆਏਗਾ। ਠੀਕ ਹੈ, ਕਿਉਂਕਿ ਇਹ ਰਿਪੀਟ ਹੋ ਰਿਹਾ, ਇਹ ਰੈਸ਼ਨਲ ਨੰਬਰ ਨਹੀਂ, ਇਹ ਇਰਰੈਸ਼ਨਲ ਨੰਬਰ ਆਏਗਾ। ਠੀਕ ਹੈ, ਇਹ ਤੁਸੀਂ ਸਹੀ ਕਰ ਲੈਣਾ।
ਤੇ ਇਹ ਸੀਗੀ ਸਾਡੀ ਐਕਸਰਸਾਈਜ਼ 1.4। ਸੋ ਇਹਨੂੰ ਤੁਸੀਂ ਕਾਪੀ ਤੇ ਉਤਾਰ ਲੈਣਾ ਹੈ, ਠੀਕ ਹੈ। ਜੇ ਕਿਸੇ ਬੱਚੇ ਨੂੰ ਕੋਈ ਡਾਊਟ ਹੋਇਆ, ਕੋਈ ਨਹੀਂ ਸਮਝ ਲੱਗਾ, ਦੈਨ ਮੈਨੂੰ ਦੱਸ ਦੇਣਾ ਹੈ, ਮੈਂ ਸਕੂਲ ਸਮਝਾ ਦਿਆਂਗੀ, ਠੀਕ ਹੈ। ਦੱਸਣਾ ਮੈਨੂੰ ਜ਼ਰੂਰ ਹੈ ਕਿ ਸਮਝ ਲੱਗ ਗਈ ਹੈ ਜਾਂ ਨਹੀਂ ਲੱਗ ਗਈ, ਠੀਕ ਹੈ। ਓਕੇ ਸਟੂਡੈਂਟਸ, ਥੈਂਕ ਯੂ, ਹੈਵ ਅ ਨਾਈਸ ਡੇ।